ਮੇਰੀ ਉਮਰ ਉਸ ਵੇਲੇ 16-17 ਸਾਲ ਸੀ। ਕਿਸੇ ਦੀਆਂ ਲੜਕੀਆਂ ਨੂੰ ਖਿੱਚ ਕੇ ਲੈ ਜਾਂਦੇ ਸੀ, ਕਿਸੇ ਨੂੰ ਗੋਲੀ ਮਾਰ ਦਿੰਦੇ ਸੀ। ਜਿੱਲਾ ਕਹਿੰਦੀ ਮੇਰੇ ਉੱਤੇ ਲਾਸ਼ਾਂ ਡਿੱਗਦੀਆਂ ਰਹੀਆਂ ਮੇਰੇ ਉੱਤੇ। ਨਾਲ ਦਾ ਬਾਬਾ ਉੱਠਦਾ ਨਹੀਂ ਸੀ, ਘਰ ਦੇ ਵਿੱਚੋਂ ਨਿਕਲਦਾ ਨਹੀਂ ਸੀ। ਉਹ ਫਿਰ ਉਹਨਾਂ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲਾਤੀ, ਵਿੱਚੇ ਸਾਡਾ ਘਰ ਵੀ ਜਲਾਤਾ, ਵਿੱਚੇ ਉਹ ਵੀ ਜਲਾਤਾ, ਬਾਬੇ ਨੂੰ ਵੀ ਜਲਾਤਾ। ਉਹ ਬਾਬਾ ਨਿਕਲਦਾ ਹੀ ਨਹੀਂ ਸੀ, ਕਹਿੰਦਾ ਸੀ ਨਹੀਂ ਮੈਂ ਨਹੀਂ ਜਾਣਾ ਘਰੋਂ ਬਾਹਰ। ਅਸੀਂ ਘਰ ਛੱਡ ਕੇ ਕਿਉਂ ਐਡੇ ਐਡੇ ਭਰੇ ਘਰ ਆ ਸਾਡੇ, ਇਹ ਪਤਾ ਹੀ ਨਹੀਂ ਸੀ ਵੀ ਅਗਲੇ ਘਰ ਲੱਭਣੇ ਆ। आजाद है, आजाद रहे आप लोग। इस मुल्क पाकिस्तान में आजाद है। ਜਦੋਂ ਪਾਕਿਸਤਾਨ ਦੀ ਤਰਫ ਆ ਰਹੇ ਸੀ ਤੇ ਕੀ ਹਾਲਾਤ ਸੀ, ਕਿੱਦਾਂ ਤੁਸੀਂ ਆਏ ਤੇ ਕੀ? ਅਸੀਂ ਇੱਦਾਂ ਆਏ ਕਿ ਮੇਰਾ ਭਾਈ ਫੌਜ ਦੇ ਵਿੱਚ ਸੀਗਾ, ਇੱਕ ਗੌਰਮੈਂਟ ਨੇ ਬਣਾਤੀ ਸੀ ਜਗ੍ਹਾ, ਤੇ ਸਾਰੇ ਲੋਕ ਮੁਸਲਮਾਨ ਜਿਹੜੇ ਨਾ ਘਰ ਚੋਂ ਨਿਕਲ ਕੇ ਉਸ ਜਗ੍ਹਾ ਦੇ ਉੱਤੇ ਪਹੁੰਚਾਤਾ। ਠੀਕ ਹੈ। ਗੱਡੀਆਂ ਲਾਤੀਆਂ ਸੀ, ਗੱਡੀਆਂ ਟਰੱਕ ਆਉਂਦੇ ਸੀਗੇ, ਜਿਹੜਾ ਟਰੱਕ 'ਚ ਬੈਠ ਜਾਂਦੇ ਸੀ ਉਹਨੇ ਇੱਕ ਬੰਦੇ ਲੈ ਜਾਂਦੇ ਸੀ। ਉਹ ਇੱਕ ਕਹਿੰਦੇ ਸੀ ਟਰੰਕ ਲੈ ਲਓ, ਜਿਹੜਾ ਕੀਮਤੀ ਚੀਜ਼ਾਂ ਤੁਸੀਂ ਉਹ ਚੁੱਕ ਲਓ। ਸਾਡੇ ਫਿਰ ਮੈਂ ਕਿਹਾ ਸ਼ੋਕੇਸ ਤਾਂ ਕੱਢ ਦਿਓ ਅੰਦਰ। ਉਹ ਕਹਿੰਦੇ ਮਾਨਣਾ ਵਾ ਜ਼ਿੰਦਗੀ ਚਾਹੀਦੀ ਹੈ ਕਿ ਸ਼ੋਕੇਸ ਚਾਹੀਦੇ। ਅਤੇ ਬਾਹਰ ਹਿੰਦੂ ਖੜ੍ਹੇ ਸੀਗੇ, ਉਹ ਗੋਲੀਆਂ ਮਾਰਦੇ ਸੀਗੇ, ਜਿਹੜਾ ਨਿਕਲੇ ਬਾਹਰ ਉਹਦੇ ਗੋਲੀ ਮਾਰ ਕੇ ਸਿੱਟ ਦਿੰਦੇ ਸੀ ਮਾਰ। ਓਹੋ। ਹਾਂਜੀ। ਉਹ ਜਿਹੜੇ ਕੋਠੇ ਸੀ ਉਹਨਾਂ ਦੇ ਉੱਤੇ ਨਾ ਉਹਨਾਂ ਨੇ ਇੱਟਾਂ ਬਹੁਤ ਸਾਰੀਆਂ ਬੱਟੇ ਤੋੜ ਕੇ ਰੱਖੇ ਸੀ। ਜਿੱਦਾਂ ਮੁਸਲਮਾਨ ਬਾਹਰੋਂ ਘਰਾਂ 'ਚੋਂ ਨਿਕਲ ਕੇ ਜਾਂਦੇ ਸੀ ਨਾ ਕਿਸੇ, ਉਹ ਬੱਟੇ ਮਾਰਦੇ ਸੀ ਉੱਪਰੋਂ। ਕਿਸੇ ਦਾ ਸਿਰ ਫਟ ਜਾਂਦਾ ਸੀ, ਕਿਸੇ ਦੇ ਡਿੱਗ ਪੈਂਦਾ ਸੀ, ਕੋਈ ਬੇਹੋਸ਼ ਹੋ ਜਾਂਦਾ ਸੀ। ਉਹ ਜਿਹੜਾ ਰਸਤਾ ਸੀਗਾ ਨਾ ਘਰਾਂ ਤੋਂ ਲਾ ਕੇ ਉਹ ਛਾਉਣੀ ਤੱਕ ਜਾਣ ਦਾ, ਉਹ ਜਿਹੜਾ ਸੀ ਉਹ ਬਹੁਤ ਇੱਦਾਂ ਦਾ ਰਸਤਾ ਖਰਾਬ ਸੀ। ਹਾਂਜੀ। ਜਿਹੜੇ ਤੁਹਾਡੇ ਅੱਬਾ ਜੀ ਸੀਗੇ ਉਹ ਪਿੱਛੇ ਉਹਦੇ ਹਿੰਦੂ ਲੱਗ ਗਏ ਗੋਲੀਆਂ ਮਾਰ। ਉਹ ਇੱਕ ਜਗ੍ਹਾ ਸੀਗੀ, ਉਹਦੇ ਅੰਦਰ ਜਦ ਜਾ ਕੇ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ। ਉਹਦੇ ਵਿੱਚ ਤੇਲ ਦੇ ਟੀਨ ਬਹੁਤ ਸਾਰੇ ਡਰਮ ਭਰੇ ਪਏ ਸੀ ਤੇਲ ਦੇ। ਹਾਂਜੀ। ਉਹਨਾਂ ਨੇ ਜਿਹੜਾ ਦੇਖਿਆ ਵੀ ਉਹ ਇਹ ਤਾਂ ਇਹਨਾਂ ਦਾ ਮਰਕਜ਼ ਆ। ਹਾਂਜੀ। ਉਹ ਫਿਰ ਨਿਕਲਣੇ ਦੀ ਕੋਸ਼ਿਸ਼ ਕਰਨ ਤਾਂ ਕੋਈ ਪਾਸਾ ਨਾ ਉਹਨਾਂ ਨੂੰ ਨਜ਼ਰ ਆਵੇ। ਫਿਰ ਅਸੀਂ ਨਾ ਇਕੱਲੇ ਹੋ ਗਏ, ਘਰ ਦੇ ਬੰਦੇ ਜਿੰਨੇ ਸੀ ਨਾ, ਬੰਦੇ ਕਿਤੇ ਹੋ ਗਏ, ਔਰਤਾਂ ਕਿਤੇ ਹੋ ਗਈਆਂ। ਮੈਂ ਜੀ ਤੁਹਾਡੀ ਨਾਨੀ ਸੀ, ਹਾਂਜੀ ਤੁਹਾਡੀ ਪੜਨਾਨੀ ਸੀ। ਅਸੀਂ ਜਦੋਂ ਇਕੱਲੇ ਹੋ ਗਏ, ਉਹ ਕਿਤੇ ਹੋ ਗਏ, ਅਸੀਂ ਕਿਤੇ। ਫਿਰ ਇੱਕ ਜਗ੍ਹਾ ਜਾ ਕੇ ਪਨਾਹ ਮਿਲਦੀ ਸੀ ਮੁਸਲਮਾਨਾਂ ਨੂੰ। ਉੱਥੇ ਵੀ ਸਾਰਿਆਂ ਨੂੰ ਇਕੱਠੇ ਕੀਤਾ, ਜਿਹੜੇ ਆਪਣੇ ਲੱਭ ਹੈ ਉੱਥੇ ਇਕੱਠੇ ਕੀਤਾ। ਫਿਰ ਅੱਗੇ ਚਲੇ ਗਏ। ਮੇਰੇ ਕੋਲ ਜਿਹੜੇ ਘਰ ਸੀ ਨਾ, ਕੋਠੀ ਇੱਦਾਂ ਅਲਮਾਰੀ ਬਣੀ ਨਾ, ਕੋਠੀ ਬਣੀ ਸੀ, ਉਹਦੇ ਵਿੱਚ ਨਾ ਜ਼ੇਵਰ ਸਾਡੀ ਦਾਦੀ ਤੁਹਾਡੀ ਰੱਖ ਕੇ, ਤਾਂ ਅੱਧੀ ਕੁ ਗੰਦਮ ਪਈ ਹੁੰਦੀ ਸੀ, ਅੱਧੀ ਕੁ ਗੰਦਮ ਫਿਰ ਉੱਪਰ ਦੀ ਪਾ ਦੇਣੀ। ਜਿੱਲੋਂ ਜ਼ੇਵਰ ਕੱਢਣੇ ਹੋਣੇ ਫਿਰ ਨਾਲੀ ਵਿੱਚ ਦੀ ਗੰਦਮ ਬਾਹਰ ਕੱਢਣੀ, ਤਾਂ ਫਿਰ ਜ਼ੇਵਰ ਨਿਕਲਦੇ ਹੁੰਦੇ ਸੀ। ਅੱਛਾ। ਹਾਂਜੀ। ਤਾਂ ਉਹੀ ਜਦ ਦਿਨ ਕਰਕੇ ਮੇਰੇ ਚੂੜੀਆਂ ਵੀ ਪਾਈਆਂ ਸੀ, ਸਿਰ ਨੂੰ ਕਲਿੱਪ ਵੀ ਲੱਗੇ ਸੀ, ਗਲੇ 'ਚ ਵੀ ਪਾਇਆ ਸੀ। ਹਾਂਜੀ। ਮੇਰੇ ਕੋਲ ਜ਼ੇਵਰ ਪਾਇਆ ਸੀਗਾ। ਅੱਛਾ। ਉਹ ਜ਼ੇਵਰ ਪਾਏ ਨਾ ਉੱਥੇ ਆ ਗਏ। ਫਿਰ ਉੱਥੇ ਜਿਹੜਾ ਜਗ੍ਹਾ ਜਿੱਥੇ ਮੁਸਲਮਾਨਾਂ ਲਈ ਬਣਾਈ ਸੀ ਫੌਜੀਆਂ ਨੇ, ਮੁਸਲਮਾਨਾਂ, ਉੱਥੇ ਫਿਰ ਅਸੀਂ ਉਹ ਜ਼ੇਵਰ ਲਾ ਕੇ ਆਪਣੇ ਇਕੱਠੇ ਕਰ ਲਏ। ਕਿਹੜੀ ਜਗ੍ਹਾ ਤੋਂ ਆਏ ਸੀ ਤੁਸੀਂ? ਪਹਿਲੇ ਕਿਹੜੀ ਜਗ੍ਹਾ ਤੇ ਸੀ? ਜਲੰਧਰ ਦੇ ਅੰਦਰ ਸੀ। ਤੇ ਹੁਣ ਕਿਹੜੀ ਜਗ੍ਹਾ ਤੇ ਆਏ ਸੀ? ਤੇ ਜਲੰਧਰ ਤੋਂ ਨਾ, ਜਲੰਧਰ ਦੇ ਅੰਦਰ ਹੀ ਉਹ ਜਗ੍ਹਾ ਸੀ, ਛਾਉਣੀ ਬਣੀ। ਅੱਛਾ। ਫੌਜੀਆਂ ਦਾ ਬਣਿਆ ਸੀ ਮਰਕਜ਼ ਵੱਡੇ ਸਾਰੇ। ਕਿਹੜੇ ਫੌਜੀ ਸੀ? ਫੌਜੀ ਮੁਸਲਮਾਨ ਫੌਜੀ ਸੀ। ਹਾਂ। ਠੀਕ। ਵਿੱਚ ਹਿੰਦੂ ਵੀ ਹੋਣਗੇ ਕੋਈ। ਅੱਛਾ। ਉਸ ਨਾਲ ਤਾਂ ਰਲੇ ਮਿਲੇ ਸੀ ਨਾ ਕੰਮ ਕਰਦੇ। ਹਾਂਜੀ। ਹਿੰਦੂਆਂ ਦੇ ਦੁਕਾਨਾਂ 'ਚ ਮੁਸਲਮਾਨ ਕੰਮ ਕਰਦੇ ਸੀ, ਮੁਸਲਮਾਨਾਂ ਦੇ ਹਿੰਦੂ ਕੰਮ ਕਰਦੇ ਸੀ। ਅਤੇ ਫਿਰ ਅਸੀਂ ਉੱਥੇ ਬੈਠ ਗਏ ਆ ਕੇ। ਉੱਥੇ ਫਿਰ ਬਹੁਤ ਵੱਡੇ ਸੈਲਾਬ ਆ ਗਏ ਪਾਣੀ ਦੇ। ਅੱਛਾ। ਹਾਂਜੀ। ਇੱਦਾਂ ਦੇ ਆਏ ਪਏ, ਔਰਤਾਂ ਦੁੱਧ ਰਿੜਕਦੀਆਂ, ਵਿੱਚ ਬੰਦੇ ਸੁੱਤੇ ਪਏ ਆ, ਮੰਜੇ ਰੁਲੇ ਆਉਂਦੇ ਆ ਇੱਦਾਂ ਹੀ। ਉਹ ਇੱਡਾ ਸੈਲਾਬ ਵੱਡਾ। ਜਿੱਦਾਂ ਉਸ ਸੈਲਾਬ ਨੂੰ ਦੇਖੀਏ ਵੀ ਹੁਣ ਵੀ ਸਾਡੇ ਤੱਕ ਆਇਆ, ਹੁਣ ਵੀ ਕਰੇ ਸਾਡੇ ਤੱਕ, ਸਾਨੂੰ ਵੀ ਰੋਲ ਲਊਗਾ। ਖੈਰ ਅੱਲਾ ਦੀ ਰਹਿਮਤ ਹੋਈ, ਉੱਥੋਂ ਵੀ ਅੱਲਾ ਨੇ ਬਚਾ ਲਿਆ। ਉਮਰ ਕਿੰਨੀ ਸੀ ਇਸ ਵਕਤ ਤੁਹਾਡੀ? ਮੇਰੀ ਉਮਰ ਉਸ ਵੇਲੇ 16-17 ਸਾਲ ਸੀ। 16-17 ਸਾਲ? 16 ਸਾਲ ਹੀ ਹੋਣੀ ਹੈ। ਅੱਛਾ। ਜਿਹੜੇ ਫੌਜੀ ਸੀ ਮੇਰੇ ਭਰਾ ਦੇ ਨਾਲ ਦੇ ਸਾਥੀ, ਉਹ ਨਾ ਲੱਭਣ, ਉਹਨਾਂ ਦਾ ਟਰੱਕ ਖੜਾ ਸੀ, ਤਾਂ ਉੱਥੇ ਕਹਿੰਦੇ ਵੀ ਤੁਸੀਂ ਇਹ ਟਰੱਕ 'ਚ ਬੈਠੋ ਅਤੇ ਤੁਹਾਨੂੰ ਦੇਖਦੇ ਹਾਂ, ਲੱਭਦੇ ਹਾਂ ਕੋਈ ਜਗ੍ਹਾ। ਫਿਰ ਉਸ ਟਰੱਕ ਦੇ ਵਿੱਚ ਅਸੀਂ ਬੈਠ ਗਏ।
ਤਾਂ ਫੌਜੀਆਂ ਦਾ ਭਰਿਆ ਸੀ, ਉਹਨਾਂ ਨੇ ਬੰਦੂਕਾਂ ਵੀ ਇੱਧਰ ਹੀ ਰਾਈਫਲਾਂ ਰੱਖੀਆਂ ਹੋਈਆਂ ਟਰੱਕ ਦੇ ਉੱਤੇ, ਸਾਰੇ ਦੀਵਾਰਾਂ ਦੇ ਉੱਤੇ ਚਿਣੀਆਂ ਹੋਈਆਂ। ਘਰ ਮੈਂ ਬੈਠੀ ਰਹੀ, ਵਿੱਚ ਬੱਚੀ ਨੂੰ ਲੈ ਕੇ ਬੈਠੀ ਰਹੀ। ਉਹ ਫਿਰ ਕਹਿਣ ਲੱਗੇ ਵੀ ਜਿਹੜਾ ਜ਼ੇਵਰ ਆਪਣਾ ਪਾਇਆ ਨਾ, ਇਹਦੀ ਇੱਕ ਪੋਟਲੀ ਬੰਨ੍ਹ ਲਓ ਲਾ ਕੇ, ਗਲੇ 'ਚ ਵੀ ਪਾਇਆ, ਸਿਰ ਨੂੰ ਵੀ ਲੱਗੇ, ਕੰਨਾਂ ਦੇ ਸਾਰਾ ਜ਼ੇਵਰ ਲਾ ਕੇ ਇੱਕ ਦੁਪੱਟੇ ਦੇ ਪੱਲੇ 'ਚ ਬੰਨ੍ਹ ਕੇ ਤਾਂ ਦੁਪੱਟਾ ਇੱਦਾਂ ਕਰਕੇ ਪੈ ਗਿਆ। ਤਾਂ ਬਹੁਤ ਸਾਰੇ ਲੋਕ ਜਿਹੜੇ ਸੀ ਨਾ ਪਿੰਡਾਂ ਦੇ ਦਿਹਾਤਾਂ ਦੇ, ਉਹ ਜਥੇ ਬਣੇ ਸੀ, ਇਕੱਠੇ ਹੋ ਕੇ ਲੋਕ ਤੋੜਦੇ ਸੀ। ਕਿਸੇ ਦੀਆਂ ਲੜਕੀਆਂ ਨੂੰ ਖਿੱਚ ਕੇ ਲੈ ਜਾਂਦੇ ਸੀ ਹਿੰਦੂ, ਅੱਛਾ, ਕਿਸੇ ਨੂੰ ਗੋਲੀ ਮਾਰ ਦਿੰਦੇ ਸੀ, ਕਿਸੇ ਨੂੰ ਧੱਕਾ ਮਾਰ ਦਿੰਦੇ ਸੀ, ਕਿਸੇ ਨੂੰ ਅੱਗ ਲਾ ਦਿੰਦੇ ਸੀ ਰਸਤੇ 'ਚ। ਅੰਮ੍ਰਿਤਸਰ ਤੱਕ ਇੱਦਾਂ ਦਾ ਸਮਾਂ ਜਿਹੜਾ ਗੁਜ਼ਾਰਿਆ। ਅੰਮ੍ਰਿਤਸਰ ਬਹੁਤਾ ਹਿੰਦੂਆਂ ਦਾ ਹੀ ਸੀਗਾ। ਅੱਛਾ, ਹਾਂਜੀ, ਉੱਥੇ ਵੀ ਬਹੁਤੇ ਹਿੰਦੂ ਸੀਗੇ। ਉਹ ਖੈਰ ਕੈਂਪ ਬਣੇ ਸੀ ਜਿੱਥੇ ਮੁਸਲਮਾਨਾਂ ਨੂੰ ਜਗ੍ਹਾ ਮਿਲਦੀ ਸੀ, ਬਣਾਈ ਗਈ ਸੀ। ਪਾਕਿਸਤਾਨੀਆਂ ਜਿਹੜੇ ਰਿਹਾਇਸ਼ੀ ਲੋਕ ਸੀਗੇ ਨਾ, ਉਹਨਾਂ ਨੇ ਇਕੱਠੇ ਹੋ ਕੇ, ਜਿਹੜੇ ਸ਼ਹਿਰ ਦੇ ਵੀ ਰਿਹਾਇਸ਼ੀ ਸੀ, ਉਹਨਾਂ ਨੇ ਇਕੱਠੇ ਹੋ ਕੇ ਬਣਾਇਆ ਸੀ ਮਰਕਜ਼। ਹਾਂਜੀ, ਫਿਰ ਉੱਥੇ ਅਸੀਂ ਬੈਠ ਗਏ ਲਾਹੌਰ ਜਾ ਕੇ। ਉੱਥੇ ਵੀ ਫਿਰ ਜੇਲਾਂ ਭੱਜ ਦੌੜ ਪੈ ਗਈ ਅਤੇ ਇੱਧਰ ਆ ਗਏ, ਕਾਫਲਾ ਆ ਗਿਆ ਉਹਨਾਂ ਦਾ, ਹਿੰਦੂਆਂ ਦਾ ਕਾਫਲਾ ਆ ਗਿਆ। ਹਾਂਜੀ, ਫਿਰ ਉੱਥੋਂ ਵੀ ਜਗ੍ਹਾ ਹੋਰ ਬਦਲੀ। ਫਿਰ ਅਸੀਂ ਕਰਦੇ ਜਿਹੜੇ ਆ ਨੂਰ ਮੁਹੰਮਦ ਹੋਣੀ, ਸ਼ਾਹ ਮੁਹੰਮਦ ਹੋਣੀ ਨਾ, ਮੀਆਂ ਚੰਨੂ ਵਾਲੇ, ਅੱਛਾ, ਇਹ ਲਾਹੌਰ ਇੱਕ ਜਣੇ ਰਹਿੰਦੇ ਹੁੰਦੇ ਸੀ, ਕੋਈ ਵਿੱਚੋਂ ਕੰਮ ਕਰਦੇ ਹੁੰਦੇ ਸੀ ਉੱਥੇ। ਸਹੀ, ਹਾਂਜੀ, ਫਿਰ ਇਹਨਾਂ ਨੇ ਅੱਗੇ ਆ ਗਏ, ਆ ਕੇ ਨੱਠ ਭੱਜ ਕੀਤੀ। ਕੁਛ ਸਾਨੂੰ ਆਪਣੇ ਜਿੱਥੇ ਰਹਿੰਦੇ ਸੀ ਉੱਥੇ ਘਰਾਂ 'ਚ ਲੈ ਗਏ ਆਪਣਿਆਂ 'ਚ। ਫਿਰ ਅਸੀਂ ਉੱਥੇ ਕੁਛ ਦਿਨ ਕੱਟੇ। ਫਿਰ ਕਿਰਾਏ 'ਤੇ ਮਕਾਨ ਇੱਕ ਲੈ ਲਿਆ, ਫਿਰ ਉਹਦੇ ਵਿੱਚ ਕੱਟ ਲਿਆ। ਫਿਰ ਅੱਗੇ ਫੌਜੀਆਂ ਦੇ ਟਰੱਕ ਦੇ ਵਿੱਚ ਬੈਠ ਕੇ ਫਿਰ ਅੱਗੇ ਅਕਾੜੇ ਚਲੇ ਗਏ। ਹਾਂਜੀ, ਫਿਰ ਹੌਲੀ ਕਰਦੇ ਮੁਲਤਾਨ ਤੱਕ ਬੜੀ ਮੁਸ਼ਕਲ ਪਹੁੰਚੇ ਸੀ। ਇੱਕ ਮੇਰੀ ਭੈਣ ਸੀਗੀ ਖਾਲਾ ਯਾਰ, ਉਹਦਾ ਮੀਆਂ ਮੈਨੇਜਰ ਸੀਗਾ ਫੌਜ ਦਾ। ਉਹ ਗੱਡੀ ਅੰਬਾਲਿਓਂ ਗੱਡੀ ਚੱਲੀ ਸੀ, ਉਹ ਅੰਬਾਲਾ ਸ਼ਹਿਰ ਸੀਗਾ। ਉਹਨਾਂ ਨੇ ਗੱਡੀ ਚੱਲੀ, ਜਿੱਦਾਂ ਉਹ ਆਈ ਹੈ ਗੱਡੀ ਪਾਕਿਸਤਾਨ 'ਚ ਆਈ ਲੱਗੀ ਆ, ਉਹਨਾਂ ਨੇ ਪੂਰੀ ਗੱਡੀ ਹਿੰਦੂਆਂ ਨੇ ਖ਼ਤਮ ਕੀਤੀ। ਜਿੱਲਾ ਕਹਿੰਦੀ ਮੇਰੇ ਉੱਤੇ ਲਾਸ਼ਾਂ ਡਿੱਗਦੀਆਂ ਰਹੀਆਂ ਮੇਰੇ ਉੱਤੇ। ਅਤੇ ਮੈਂ ਕਹਿੰਦੀ ਮੇਰੀ ਬੱਚੀ ਸੀਗੀ 5 ਸਾਲ ਦੀ, ਉਹ ਤੜਫਦੀ ਪਰੇ ਗਈ। ਕਹਿੰਦੀ ਫਿਰ ਮੈਂ ਦੇਖਦੀ ਰਹੀ। ਮੇਰੇ ਮੀਆਂ ਵੱਲ ਜਿਸ ਤਰ੍ਹਾਂ ਆਏ ਹੈ ਨਾ, ਮੇਰੇ ਮੀਆਂ ਵੱਲ ਆਏ, ਮੈਨੂੰ ਕਾਂਬਾ ਲੱਗ ਗਿਆ ਅਤੇ ਹੁਣ ਮਾਰਨ ਲੱਗੇ। ਹਾਂਜੀ, ਉਹਨੂੰ ਮਾਰ ਦਿੱਤਾ, ਉਹਦੀ ਗਰਦਨ ਇੱਕੋ ਵਾਰੀ ਦੂਰ ਸੀਟ ਦਿੱਤੀ ਉਹਨਾਂ ਨੇ ਮਾਰ ਕੇ। ਹਾਂਜੀ, ਜਿੱਲਾ ਮੇਰੀ ਵੱਲ ਆਏ ਨਾ, ਮੇਰੇ ਫਿਰ ਕਹਿੰਦੀ ਜਿੱਲਾ ਉਹਨਾਂ ਨੇ ਕੁਲਹਾੜੀ ਮਾਰੀ ਨਾ ਮੇਰੇ, ਤਾਂ ਮੇਰੇ ਇਸ ਜਗ੍ਹਾ 'ਤੇ ਲੱਗ ਗਈ। ਹਾਂਜੀ, ਇੱਥੇ ਨਹੀਂ ਲੱਗੀ, ਇੱਥੇ ਲੱਗ ਗਈ ਮੂੰਹ, ਇਹਦਾ ਮੂੰਹ ਮੀਟਿਆ ਸੀ। ਉਹ ਫਿਰ ਦੰਦ ਸਾਰੇ ਡਿੱਗੇ, ਨਾਲ ਹੀ ਬੇਹੋਸ਼ ਹੋ ਗਈ। ਫਿਰ ਇਹ ਪਾਕਿਸਤਾਨ ਵਾਲਿਆਂ ਨੇ ਨਾ ਉਹ ਗੱਡੀ ਖਾਲੀ ਹਿੰਦੂਆਂ ਨੇ ਕਿਰਾਏ ਕੀਤੀ। ਪਾਕਿਸਤਾਨ ਵਾਲਿਆਂ ਜਿੰਨੀਆਂ ਲਾਸ਼ਾਂ ਸੀਗੀਆਂ ਉਹ ਜੁਦੀਆਂ ਕੀਤੀਆਂ। ਜਿਹੜੇ ਸੈਕੜੇ ਸੀ, ਸਾਹ ਸੀ, ਕੁਛ ਸੀ, ਉਹ ਸਾਰੇ ਹਸਪਤਾਲਾਂ 'ਚ। ਉਹਨਾਂ ਲੋਕਾਂ ਨੇ ਫਿਰ ਬੜੀ ਕੀਤੀ, ਖਾਣੇ ਵੀ ਪਕਾ ਕੇ ਉਹਨਾਂ ਲੋਕਾਂ ਨੂੰ ਦਿੱਤੇ, ਸਭ ਕੁਛ ਭੇਜਿਆ ਉਹਨਾਂ ਨੂੰ, ਜਿੰਨੀ ਉਹਨਾਂ ਦੇ ਵਿੱਚ ਪਹੁੰਚ ਹੋਈ ਸੀ। ਉਹ ਜਿਹੜੇ ਵਿੱਚ ਉਹਦੇ ਰਹਿ ਗਏ ਉੱਥੇ ਹਿੰਦੁਸਤਾਨ 'ਚ, ਉਹ ਉੱਥੇ ਰਹਿ ਗਏ, ਉਹਦਾ ਕੋਈ ਵੀ ਨਹੀਂ। ਪਿੱਛੇ ਇੱਦਾਂ ਕਰਦੇ ਹੁੰਦੇ ਸੀ, ਸਾਡੀ ਦਾਦੀ ਚਰਖਾ ਕੱਤ ਕੇ ਨਾ ਮਦੀਨੇ ਜਾਣ ਲਈ ਜਮ੍ਹਾਂ ਕਰਦੀ ਹੁੰਦੀ ਸੀ ਪੈਸਾ। ਉਹ ਕੋਣੇ ਦੇ ਵਿੱਚ ਇੰਨਾ ਟੋਇਆ ਕੱਢਣਾ, ਇੰਨੀ ਕੁ ਇੱਕ ਮਿੱਟੀ ਦਾ ਕੁੱਜਾ ਹੋਣਾ, ਉਹਦੇ ਵਿੱਚ ਰੱਖਿਆ ਹੋਣਾ, ਉਹਦੇ ਵਿੱਚ ਪੈਸੇ ਜਮ੍ਹਾਂ ਕਰੀ ਜਾਣੇ, ਕਰਕੇ ਉੱਤੇ ਢੱਕਣ ਦੇ ਕੇ ਇੱਟ ਰੱਖ ਕੇ ਉੱਤੋਂ ਲਿਪ ਦੇਣਾ। ਅੱਛਾ, ਉਹ ਫਿਰ ਮੈਂ ਜਦੋਂ ਮਦੀਨੇ ਜਾਣਾ ਨਾ, ਮਦੀਨੇ ਜਾਣ ਲਈ ਇਕੱਠਾ ਕਰ, ਫਿਰ ਉਹਦਾ ਪੈਸਾ ਇਕੱਠਾ ਹੋ ਗਿਆ। ਫਿਰ ਉਹਦਾ ਸੂਟ ਮੰਗਾਇਆ, ਫਿਰ ਉਹਦੇ ਖੇਸ ਲਵਾਏ, ਚਾਦਰਾਂ ਬਣਵਾਈਆਂ, ਉਹ ਫਿਰ ਲੈ ਕੇ ਜਾਣ ਲਈ ਤਿਆਰੀਆਂ ਕੀਤੀਆਂ। ਫਿਰ ਜਦੋਂ ਆ ਪੈ ਗਿਆ ਅੱਛਾ ਜਾਣ ਦਾ, ਫਿਰ ਵਿਚਾਰਿਆਂ ਗਏ ਹੀ ਨਹੀਂ ਸੀ, ਮਦੀਨੇ ਨਹੀਂ ਜਾ ਸਕੇ ਨਾ, ਮਦੀਨੇ ਨਹੀਂ ਜਾ ਸਕੇ। ਤਾਂ ਉੱਥੇ ਕੁੱਜੀ ਵੀ ਦੱਬੀ ਗਈ ਆ, ਹਲੇ ਦੱਬੀ ਰਹੀ। ਕਿਹੜੀ ਜਗ੍ਹਾ 'ਤੇ? ਓਹੋ, ਜਲੰਧਰ ਦੇ ਕਿਹੜੀ ਜਗ੍ਹਾ 'ਤੇ? ਜਲੰਧਰ ਹੀ ਸੀਗਾ, ਮਹੱਲਾ ਕਾਰੀਆਂ ਵਾਲਾ ਮਹੱਲਾ ਕਾਰੀਆਂ ਵਾਲਾ। ਹਾਂ, ਉਹ ਵੱਡੇ ਲੋਕ ਸੀਗੇ ਸਾਰਿਆਂ ਤੋਂ, ਜਿਨ੍ਹਾਂ ਦੇ ਜ਼ਿੰਮੇਦਾਰੀ 'ਚ ਮਹੱਲਾ ਕੋਈ ਸ਼ਿਕਾਇਤ ਹੋਵੇ, ਕੋਈ ਸ਼ਿਕਵਾ ਹੋਵੇ ਤਾਂ ਉਹਨਾਂ ਦੇ ਕੋਲ ਜਾਂਦੇ ਹੁੰਦੇ ਸੀ। ਕਾਇਦੇ ਆਜ਼ਮ ਗੁਲਾਮ ਇਕਬਾਲ ਜਦੋਂ ਹੁੰਦੇ ਸੀ, ਉਹਨਾਂ ਨੂੰ ਵੇਖਿਆ ਜਾਂ ਉਹਨਾਂ ਦੀ ਤਕਰੀਰਾਂ ਸੁਣੀਆਂ ਜਾਂ ਕੋਈ ਇਸ ਕਿਸਮ ਦਾ ਹਿਸਾਬ ਉਹ ਤੁਹਾਨੂੰ ਯਾਦ ਹੋਏ ਤੇ ਉਹ ਦੱਸੋ। ਉਹ ਜਦੋਂ ਬੰਬਈ 'ਚੋਂ ਪਾਸ ਕਰਕੇ ਆਏ ਨਾ, ਬੰਬਈ 'ਚੋਂ ਪਾਸ ਕਰਕੇ ਆਏ ਸੀ ਆਪਣੀ ਵਕਾਲਤ। ਹਾਂਜੀ,
ਤੇ ਉਹ ਸਾਡੇ ਸ਼ਹਿਰ ਜਲੰਧਰ ਦੇ ਵਿੱਚ ਹੀ ਲੰਘੇ ਸੀ। ਅੱਛਾ ਬੱਗੀ ਦੇ ਵਿੱਚ ਇੱਕ ਉਹਨਾਂ ਦਾ ਬਾਡੀ ਕਾਟ ਜਿਹੜਾ ਸੀ ਉਹ ਪਿਛਲੇ ਪਾਸੇ ਬੈਠਾ ਸੀ, ਉਹ ਇਕੱਲੇ ਅੱਗੇ ਬੈਠੇ ਸੀ। ਉਹ ਬਸ ਜਦੋਂ ਸਾਡੇ ਬਾਜ਼ਾਰ ਵਿੱਚ ਹੀ ਨਿਕਲੇ ਆ, ਅਸੀਂ ਲੋਕਾਂ ਨੇ ਕੋਠਿਆਂ 'ਤੇ ਚੜ੍ਹਿਆ ਸੀ, ਕੋਈ ਕਿਤੇ ਸੀ ਕਾਇਦੇ ਆਜ਼ਮ ਦੀ ਮਤਲਬ ਸ਼ਕਲ ਉਹਨਾਂ ਦੀ ਦੇਖ ਪਏ ਸੀ। ਅੱਛਾ ਸਾਰੇ। ਦੇਖਿਆ ਸੀ ਹਾਂ ਦੇਖਿਆ ਸੀ ਜਾਂਦਿਆਂ ਨੂੰ। ਉਹਨਾਂ ਨੇ ਵੀ ਮੱਥੇ 'ਤੇ ਹੱਥ ਰੱਖੀ ਜਾਂਦੇ ਸੀ ਸਲਾਮ, ਸਭ ਨੂੰ। ਉਹ ਵੀ ਸਭ ਨੂੰ ਸਲਾਮ ਕਰੀ ਜਾਂਦੇ ਸੀ, ਸਲਾਮ ਦਾ ਜਵਾਬ ਦੇਈ ਜਾਂਦੇ ਸੀ। ਬਥੇਰੇ ਲੋਕ ਕੋਈ ਫਲਾਂ ਦੀਆਂ ਟੋਕਰੀਆਂ ਲੈ ਕੇ ਖੜੇ ਸੀ, ਕੋਈ ਕੁਛ ਖੜਾ ਸੀ। ਉਹ ਤੇ ਕੋਈ ਚੀਜ਼ ਨਾ ਮੇਰੇ ਅੱਗੇ ਨਾ ਆਈ, ਉਹਨਾਂ ਨੇ ਕੋਈ ਚੀਜ਼ ਨਹੀਂ ਦਿਖਾਈ ਸੀ। ਅਲਾਮਾ ਇਕਬਾਲ ਨੂੰ ਵੀ ਯਾਨੀ ਕਿ ਤੁਸੀਂ ਵੇਖਿਆ ਹੋਇਆ ਹਾਂ ਯਾਨੀ? ਉਹਨਾਂ ਨੂੰ ਵੀ ਦੇਖਿਆ ਤਕਰੀਰ, ਉਹ ਲਾਹੌਰ ਤਕਰੀਰ ਕਰਦਿਆਂ ਨੂੰ ਦੇਖਿਆ 2 ਵਾਰੀ। ਅੱਛਾ ਹਾਂਜੀ ਫਾਤਮਾ ਜਿਨ੍ਹਾਂ ਦੇਖੇ ਸੀ, ਤੇ ਪਤਾ ਕਦਮ ਨਹੀਂ ਕਿਸੇ ਸਕੂਲ 'ਚ ਦੇਖਿਆ, ਕਿੱਥੇ ਦੇਖਿਆ, ਦੇਖੇ ਸੀ ਤਕਰੀਰ ਕਰਦੇ ਸੀ ਬੈਠੇ, ਪਤਾ ਨਹੀਂ ਕਿਹੜਾ ਸਕੂਲ ਸੀ। ਚਲੋ ਅੱਲਾਹ ਪਾਕ ਜਿਹੜਾ ਹੈ ਨਾ ਪਾਕਿਸਤਾਨ ਨੂੰ ਸਲਾਮਤ ਰੱਖੇ। ਆਮੀਨ ਆਮੀਨ। ਸਹੀ ਪਾਕਿਸਤਾਨੀ ਬਣਨੇ ਦੀ ਤਾਕਤ ਅਤਾ ਕਰੇ, ਗਰੀਬ ਦੀ ਮਦਦ ਕਰਨੇ ਦੀ ਤਾਕਤ ਦੇਵੇ ਅੱਲਾਹ ਆਮੀਨ ਪਾਕ। ਕਿਸੇ ਦਾ ਹੱਕ ਨਾ ਛੀਨੇ, ਕਿਸੇ ਦਾ ਹੱਕ ਨਾ ਮਾਰੇ, किसी नजायज़ ना तंग करे। तो मुझे दुआ में याद रखें, दादी अम्मी जान को दुआ में याद रखें। बहुत शुक्रिया, अल्लाह हाफिज़।